ਇਹ ਘਟਨਾ ਇੱਕ ਹੱਡਬੀਤੀ ਹੈ ਜੋ ਕਿ ਤਰਨਤਾਰਨ ਦੇ ਰਹਿਣ ਵਾਲੇ ਹਰਜੀਤ ਸਿੰਘ ਦੁਆਰਾ ਬਿਆਨ ਕੀਤੀ ਗਈ ਹੈ ਅਤੇ ਵਾਹਿਗੁਰੂ ਨਾਮ ਦੀ ਮਹਿਮਾ ਨੂੰ ਦਰਸਾਉਂਦੀ ਹੈ। ਉਹ ਦੱਸਦਾ ਹੈ ਕਿ ਤਰਨਤਾਰਨ ਸ਼ਹਿਰ ਦਾ ਰਹਿਣ ਵਾਲਾ ਇੱਕ ਆਮ ਸਿੱਖ ਹਾਂ। ਪੰਜਾਬ ਵਿੱਚ ਰਹਿਣ ਦੇ ਬਾਵਜੂਦ ਵੀ ਅਤੇ ਖਾਸ ਤੌਰ ਤੇ ਸ੍ਰੀ ਹਰਮੰਦਰ ਸਾਹਿਬ ਦੇ ਇਹਨਾਂ ਨੇੜੇ ਦਾ ਵਸਨੀਕ ਹੋਣ ਦੇ ਬਾਵਜੂਦ ਵੀ ਮੈਂ ਦਰਬਾਰ ਸਾਹਿਬ ਸਿਰਫ 3 ਤੋਂ 4 ਵਾਰ ਹੀ ਜਾ ਸਕਿਆ ਹਾਂ। ਪਰ ਜਦੋਂ ਮੈਂ ਲਾਸਟ ਟਾਈਮ ਸ੍ਰੀ ਦਰਬਾਰ ਸਾਹਿਬ ਗਿਆ ਤਾਂ ਉੱਥੇ ਅਮਰੀਕਾ ਦੇ ਹਿਊਸਟਨ ਸ਼ਹਿਰ ਦਾ ਰਹਿਣ ਵਾਲਾ ਇੱਕ ਅੰਗਰੇਜ਼ ਪਰਿਵਾਰ ਮਿਲਿਆ। ਵੈਸੇ ਤਾਂ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਅਨੇਕਾਂ ਹੀ ਫੋਰਨਰ ਆਉਂਦੇ ਹੀ ਰਹਿੰਦੇ ਹਨ, ਪਰ ਇਸ ਪਰਿਵਾਰ ਨਾਲ ਮਿਲਣਾ ਇੱਕ ਸਬੱਬ ਹੀ ਸੀ। ਸ਼ਨੀਵਾਰ ਦੀ ਦੁਪਹਿਰ ਨੂੰ ਮੇਰੀ ਇੱਕ ਕਜ਼ਨ ਦੀ ਮੈਨੂੰ ਕਾਲ ਆਈ ਅਤੇ ਉਹਨਾਂ ਮੈਨੂੰ ਦਰਬਾਰ ਸਾਹਿਬ ਜਾਣ ਲਈ ਕਿਹਾ, ਪਰ ਮੇਰਾ ਜਾਣ ਦਾ ਕੋਈ ਮਨ ਨਹੀਂ ਸੀ। ਪਿਛਲੇ 1 ਸਾਲ ਤੋਂ ਮੈਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਣਾ ਬੰਦ ਕੀਤਾ ਹੋਇਆ ਸੀ, ਜਿਸ ਦਾ ਵੀ ਇੱਕ ਅਲੱਗ ਕਾਰਨ ਹੈ ਜੋ ਮੈਂ ਤੁਹਾਨੂੰ ਫੇਰ ਕਦੇ ਦੱਸਾਂਗਾ। ਪਰ ਮੇਰਾ ਕਜ਼ਨ ਥੋੜਾ ਸ਼ਰਾਰਤੀ ਅਤੇ ਤੇਜ਼ ਵੀ ਸੀ। ਮੇਰੇ ਤੇ ਉਸਨੇ ਦਰਬਾਰ ਸਾਹਿਬ ਜਾਣ ਦਾ ਬਹੁਤ ਜ਼ੋਰ ਪਾਇਆ। ਉਹਨਾਂ ਕਿਹਾ ਕਿ ਅੱਜ ਸ਼ਨੀਵਾਰ ਦੀ ਸ਼ਾਮ ਨੂੰ ਆਪਾਂ ਦਰਬਾਰ ਸਾਹਿਬ ਜਾਵਾਂਗੇ ਅਤੇ ਐਤਵਾਰ ਨੂੰ ਸਵੇਰ ਅੰਮ੍ਰਿਤ ਵੇਲੇ ਹੀ ਮੱਥਾ ਟੇਕ ਕੇ ਵਾਪਸ ਆ ਜਾਵਾਂਗੇ। ਉਹਨਾਂ ਦੇ ਬਾਰ-ਬਾਰ ਜ਼ੋਰ ਪਾਉਣ ਤੇ ਮੈਂ ਜਾਣ ਲਈ ਤਿਆਰ ਹੋ ਗਿਆ। ਅਸੀਂ ਟ੍ਰੇਨ ਫੜ ਕੇ ਅੰਮ੍ਰਿਤਸਰ ਪਹੁੰਚ ਗਏ ਸੀ। 12:15 ਵਜੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਪਹੁੰਚ ਗਏ। ਇੰਨੇ ਚਿਰ ਬਾਅਦ ਦਰਬਾਰ ਸਾਹਿਬ ਦਾ ਅੰਦਰਲਾ ਨਜ਼ਾਰਾ ਦੇਖ ਕੇ ਮੈਂ ਸੁੰਨ ਪੈ ਗਿਆ ਸੀ, ਪਰ ਕਿਸੇ ਕਾਰਨ ਮੇਰੇ ਅੰਦਰ ਕੋਈ ਵੀ ਭਗਤੀ ਭਾਵ ਜਾਂ ਸ਼ਰਧਾ ਨਹੀਂ ਸੀ। ਅਜੇ ਕਿਵਾੜ ਖੁੱਲਣ ਵਿੱਚ ਕਾਫੀ ਸਮਾਂ ਰਹਿੰਦਾ ਸੀ, ਇਸ ਲਈ ਅਸੀਂ ਇਸ਼ਨਾਨ ਕੀਤਾ ਅਤੇ ਪਰਿਕਰਮਾ ਵਿੱਚ ਹੀ ਬੈਠ ਗਏ। ਮੇਰਾ ਕਜ਼ਨ ਪਾਠ ਕਰ ਰਿਹਾ ਸੀ, ਪਰ ਮੇਰਾ ਮਨ ਇੱਧਰ ਉੱਧਰ ਭਟਕ ਰਿਹਾ ਸੀ। ਇੱਕਦਮ ਮੇਰੀ ਨਜ਼ਰ ਦੁੱਖ ਭੰਜਨੀ ਬੇਰੀ ਦੇ ਹੇਠਾਂ ਬੈਠੇ ਇੱਕ ਪਰਿਵਾਰ ਤੇ ਪਈ। ਇਹ ਉਹੀ ਪਰਿਵਾਰ ਸੀ ਜਿਨ੍ਹਾਂ ਬਾਰੇ ਮੈਂ ਪਹਿਲਾਂ ਗੱਲ ਕਰ ਚੁੱਕਾ ਹਾਂ। ਇਹ ਪਰਿਵਾਰ ਬੜੇ ਹੀ ਸਹਿਜ ਵਿੱਚ ਅੱਖਾਂ ਬੰਦ ਕਰਕੇ ਬੈਠਾ ਹੋਇਆ ਸੀ। ਸਭ ਦੇ ਚਿਹਰੇ ਤੇ ਅਲੱਗ ਨੂਰ ਅਤੇ ਸਕੂਨ ਝਲਕਦਾ ਸੀ। ਉਹਨਾਂ ਦੀ ਰੂਹ ਗੁਰੂ ਪਿਆਰ ਵਿੱਚ ਭਿੱਜੀ ਜਾਪਦੀ ਸੀ, ਪਰ ਮੈਂ ਅਜੇ ਉਹਨਾਂ ਤੋਂ ਪੂਰੀ ਤਰ੍ਹਾਂ ਅਣਜਾਣ ਸੀ। ਉਹਨਾਂ ਦਾ ਇਸ ਤਰ੍ਹਾਂ ਸਹਿਜ ਵਿੱਚ ਟਿਕ ਕੇ ਬੈਠਣਾ ਸਭ ਨੂੰ ਆਕਰਸ਼ਿਤ ਕਰ ਰਿਹਾ ਸੀ। ਉਹਨਾਂ ਨੂੰ ਸ਼ਾਂਤ ਚਿੱਤ ਟਿਕ ਕੇ ਬੈਠਿਆਂ ਦੇਖ ਮੇਰਾ ਮਨ ਬੜਾ ਬੇਚੈਨ ਹੋ ਰਿਹਾ ਸੀ, ਕਿਉਂਕਿ ਕੋਈ ਸਿੱਖ ਹੋਵੇ ਜਿਸ ਨੂੰ ਗੁਰਬਾਣੀ ਦੀ ਸਮਝ ਹੋਵੇ ਉਹ ਤਾਂ ਇਸ ਅਵਸਥਾ ਤੱਕ ਪਹੁੰਚ ਸਕਦਾ ਸੀ, ਪਰ ਇੱਕ ਵਿਦੇਸ਼ੀ ਪਰਿਵਾਰ ਜਿਸ ਨੂੰ ਗੁਰਬਾਣੀ ਦੀ, ਗੁਰਮੁਖੀ ਦੀ ਜਾਂ ਪੰਜਾਬੀ ਦੀ ਸਮਝ ਤੱਕ ਨਹੀਂ ਸੀ, ਉਹ ਇਸ ਅਵਸਥਾ ਤੱਕ ਕਿਵੇਂ ਪਹੁੰਚ ਸਕਦਾ ਸੀ। ਸੋ ਮੇਰੇ ਮਨ ਵਿੱਚ ਇਹ ਸਵਾਲ ਲਗਾਤਾਰ ਘੁੰਮ ਰਹੇ ਸਨ। ਸੋ ਮੈਂ ਉਹਨਾਂ ਦੇ ਕੋਲ ਜਾ ਕੇ ਚੌਂਕੜੀ ਮਾਰ ਕੇ ਬੈਠ ਗਿਆ। ਮੈਂ ਝਿਜਕਦੇ ਉਹਨਾਂ ਨਾਲ ਗੱਲ ਕੀਤੀ। ਉਹ ਇੰਗਲਿਸ਼ ਵਿੱਚ ਗੱਲ ਕਰ ਰਹੇ ਸਨ। ਥੋੜੀ ਜਿਹੀ ਗੱਲਬਾਤ ਤੋਂ ਬਾਅਦ ਉਹਨਾਂ ਆਪਣੇ ਪਰਿਵਾਰ ਤੋਂ ਜਾਣੂ ਕਰਵਾਇਆ ਅਤੇ ਮੇਰੇ ਪੁੱਛਣ ਤੇ ਕਿ ਤੁਸੀਂ ਦਰਬਾਰ ਸਾਹਿਬ ਇਸ ਤਰ੍ਹਾਂ ਕਿਉਂ ਬੈਠੇ ਹੋ, ਉਹਨਾਂ ਅਜਿਹੀ ਘਟਨਾ ਬਾਰੇ ਦੱਸਿਆ ਜਿਸ ਨੂੰ ਸੁਣ ਕੇ ਮੈਂ ਦੰਗ ਰਹਿ ਗਿਆ। ਉਸ ਪਰਿਵਾਰ ਦਾ ਸਰਨੇਮ ਬਟਲਰ ਸੀ, ਇਸ ਲਈ ਮੈਂ ਉਹਨਾਂ ਨੂੰ ਮਿਸਟਰ ਬਟਲਰ ਅਤੇ ਮਿਸਿਸ ਬਟਲਰ ਕਹਿ ਰਿਹਾ ਸੀ। ਉਹਨਾਂ ਦੀਆਂ 2 ਬੇਟੀਆਂ ਅਤੇ ਇੱਕ ਬੇਟਾ ਸੀ। 2 ਲੜਕੀਆਂ ਵਿੱਚੋਂ ਵੱਡੀ ਲੜਕੀ ਲੀਜ਼ਾ ਬਟਲਰ ਜੋ ਕਿ 24 ਸਾਲ ਦੀ ਸੀ, ਦੂਜੀ ਲੜਕੀ ਐਨੀ ਬਟਲਰ 22 ਸਾਲ ਦੀ ਸੀ ਅਤੇ ਉਹਨਾਂ ਦਾ ਲੜਕਾ ਰੌਨ 19 ਸਾਲ ਦਾ ਸੀ। ਮਿਸਟਰ ਬਟਲਰ ਦੇ ਅਨੁਸਾਰ ਉਹ ਹਿਊਸਟਨ ਸ਼ਹਿਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ ਅਤੇ ਉਹਨਾਂ ਦਾ ਹੱਸਦਾ ਖੇਡਦਾ ਛੋਟਾ ਜਿਹਾ ਪਰਿਵਾਰ ਸੀ, ਪਰ ਉਹਨਾਂ ਦੀ ਖੁਸ਼ੀ ਜ਼ਿਆਦਾ ਦੇਰ ਤੱਕ ਨਾ ਰਹੀ। ਉਹਨਾਂ ਦੀ ਵੱਡੀ ਲੜਕੀ ਲੀਜ਼ਾ ਨੂੰ ਕੁਝ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਸਨ। ਪਹਿਲਾਂ ਤਾਂ ਇਹ ਆਵਾਜ਼ਾਂ ਘੱਟ ਸੀ, ਪਰ ਬਾਅਦ ਵਿੱਚ ਇਹ ਆਵਾਜ਼ਾਂ ਵੱਧ ਗਈਆਂ। ਪਹਿਲਾਂ ਤਾਂ ਸਭ ਨੂੰ ਇਹੀ ਲੱਗਿਆ ਕਿ ਲੀਜ਼ਾ ਸਾਰਾ ਦਿਨ ਕੰਨਾਂ ਵਿੱਚ ਹੈੱਡਫੋਨ ਲਗਾ ਕੇ ਘੁੰਮਦੀ ਰਹਿੰਦੀ ਹੈ। ਹੋ ਸਕਦਾ ਹੈ ਇਹ ਉਸ ਦਾ ਹੀ ਅਸਰ ਹੋਵੇ। ਸਭ ਦੇ ਝੜਕਣ ਤੋਂ ਬਾਅਦ ਉਸਨੇ ਹੈੱਡਫੋਨ ਵਰਤਣੇ ਬੰਦ ਕਰ ਦਿੱਤੇ। 20-25 ਦਿਨ ਬੀਤਣ ਤੋਂ ਬਾਅਦ ਵੀ ਆਵਾਜ਼ਾਂ ਬੰਦ ਨਾ ਹੋਈਆਂ। ਹੁਣ ਉਹਨਾਂ ਨੇ ਗੱਲ ਨੂੰ ਸੀਰੀਅਸ ਲੈਂਦਿਆਂ ਹੋਇਆਂ ਕੰਨਾਂ ਦੇ ਡਾਕਟਰ ਨੂੰ ਦਿਖਾਇਆ, ਪਰ ਉਸ ਨੂੰ ਕੁਝ ਸਮਝ ਨਾ ਲੱਗੀ। ਫਿਰ ਵੀ ਉਸਨੇ ਦਵਾਈ ਦੇ ਦਿੱਤੀ ਅਤੇ ਕਿਹਾ ਕਿ ਜੇਕਰ ਫਰਕ ਨਾ ਪਿਆ ਤਾਂ ਦਿਮਾਗ ਦੇ ਡਾਕਟਰ ਨੂੰ ਦਿਖਾ ਲੈਣਾ। ਜਦੋਂ ਦਵਾਈ ਨਾਲ ਵੀ ਫਰਕ ਨਾ ਪਿਆ ਤਾਂ ਉਹਨਾਂ ਦਿਮਾਗ ਦੇ ਡਾਕਟਰ ਨੂੰ ਦਿਖਾਇਆ। ਦਿਮਾਗ ਦੇ ਡਾਕਟਰ ਨੇ ਵੀ ਆਪਣਾ ਜੋ ਐਕਸਪੀਰੀਅੰਸ ਸੀ ਉਸ ਤੇ ਲਗਾ ਦਿੱਤਾ, ਪਰ ਕੋਈ ਫਰਕ ਨਾ ਪਿਆ। ਪਰ ਉਸਨੇ ਇਹ ਜ਼ਰੂਰ ਕਿਹਾ ਕਿ ਇਹ ਸਭ ਦਿਮਾਗ ਦੇ ਕਿਸੇ ਹਿੱਸੇ ਦੀ ਕਮਜ਼ੋਰੀ ਕਰਕੇ ਹੋ ਰਿਹਾ ਹੈ। ਪਰ ਹੁਣ ਲੀਜ਼ਾ ਨੂੰ ਆਵਾਜ਼ਾਂ ਦੇ ਨਾਲ-ਨਾਲ ਕੁਝ ਪਰਛਾਈਆਂ ਵੀ ਦਿਖਾਈ ਦੇਣ ਲੱਗ ਗਈਆਂ ਸਨ। ਉਸ ਨੂੰ ਬਾਰ-ਬਾਰ ਕਿਸੇ ਦੇ ਹੋਣ ਦੇ ਭੁਲੇਖੇ ਪੈ ਰਹੇ ਸਨ। ਪਰਿਵਾਰ ਨੂੰ ਲੱਗਾ ਕਿ ਇਹ ਲੀਜ਼ਾ ਦੇ ਮਨ ਦਾ ਵਹਿਮ ਹੈ। ਇੱਕ ਦਿਨ ਮੇਰੇ ਘਰ ਲੋਕਲ ਚਰਚ ਦੇ ਪਾਦਰੀ ਆਏ ਜੋ ਮੇਰੇ ਚੰਗੇ ਮਿੱਤਰ ਸੀ। ਜਦੋਂ ਉਹ ਮੇਰੇ ਘਰ ਆਏ ਤਾਂ ਉਹਨਾਂ ਨੂੰ ਕੁਝ ਅਜੀਬ ਮਹਿਸੂਸ ਹੋਇਆ। ਉਹਨਾਂ ਨੇ ਦੱਸਿਆ ਕਿ ਇਸ ਘਰ ਵਿੱਚ ਬਹੁਤ ਸਾਰੀਆਂ ਨੈਗੇਟਿਵ ਵਾਈਬਸ ਮੌਜੂਦ ਨੇ। ਇਹ ਸੁਣ ਕੇ ਅਸੀਂ ਲੀਜ਼ਾ ਬਾਰੇ ਸਾਰਾ ਕੁਝ ਪਾਦਰੀ ਨੂੰ ਦੱਸ ਦਿੱਤਾ। ਪਾਦਰੀ ਨੇ ਦੱਸਿਆ ਕਿ ਤੁਹਾਡੀ ਬੇਟੀ ਉੱਪਰ ਕਿਸੇ ਬੁਰੀ ਸ਼ਕਤੀ ਦਾ ਅਸਰ ਹੈ। ਸਾਨੂੰ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਸੀ, ਕਿਉਂਕਿ ਲੀਜ਼ਾ ਸ਼ੁਰੂ ਤੋਂ ਹੀ ਕਾਫੀ ਧਾਰਮਿਕ ਸੁਭਾਅ ਵਾਲੀ ਸੀ। ਅਸੀਂ ਪਾਦਰੀ ਦੀ ਗੱਲ ਤੇ ਗੌਰ ਕੀਤਾ ਅਤੇ ਪਾਦਰੀ ਤੋਂ ਇਸ ਸਮੱਸਿਆ ਦਾ ਹੱਲ ਜਾਂ ਕੋਈ ਉਪਾਅ ਪੁੱਛਿਆ ਤਾਂ ਪਾਦਰੀ ਨੇ ਐਕਸੋਰਸਿਜ਼ਮ ਬਾਰੇ ਦੱਸਿਆ। ਐਕਸੋਰਸਿਜ਼ਮ ਜਾਨਲੇਵਾ ਵੀ ਹੋ ਸਕਦਾ ਹੈ। ਮਿਸਟਰ ਬਟਲਰ ਨੇ ਦੱਸਿਆ ਕਿ ਲੀਜ਼ਾ ਉੱਪਰ
1 ਮਹੀਨਾ ਐਕਸੋਰਸਿਜ਼ਮ ਹੋਇਆ। ਐਕਸੋਰਸਿਜ਼ਮ ਦਾ ਮਤਲਬ ਹੈ ਝਾੜ ਫੂਕ ਕਰਨਾ। 1 ਮਹੀਨੇ ਬਾਅਦ ਵੀ ਲੀਜ਼ਾ ਉੱਪਰ ਕੋਈ ਫਰਕ ਨਾ ਪਿਆ, ਸਗੋਂ ਉਸ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਅਤੇ ਹੁਣ ਉਹ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੀ ਅਤੇ ਚੀਕਾਂ ਮਾਰਦੀ। ਉਹ ਕਈ ਦਿਨ ਕੁਝ ਵੀ ਖਾਂਦੀ ਪੀਂਦੀ ਨਹੀਂ ਸੀ ਅਤੇ ਕਾਫੀ ਕਮਜ਼ੋਰ ਹੋ ਗਈ ਸੀ। ਇਸ ਲਈ ਅਸੀਂ ਬਹੁਤ ਹੀ ਪਰੇਸ਼ਾਨ ਸੀ। ਉਸ ਟਾਈਮ ਇੱਕ ਸਿੱਖ ਫੈਮਿਲੀ ਸਾਡੇ ਨਾਲ ਦੇ ਘਰ ਵਿੱਚ ਕਿਰਾਏ ਤੇ ਰਹਿਣ ਆਏ। ਉਸ ਫੈਮਿਲੀ ਦੇ ਮੁਖੀ ਸਰਦਾਰ ਪ੍ਰੀਤਮ ਸਿੰਘ ਕਾਫੀ ਧਾਰਮਿਕ ਬਿਰਤੀ ਵਾਲੇ ਸਨ। ਹੌਲੀ-ਹੌਲੀ ਉਹਨਾਂ ਨਾਲ ਸਾਡੀ ਚੰਗੀ ਦੋਸਤੀ ਹੋ ਗਈ। ਇੱਕ ਵਾਰ ਉਹ ਸਾਡੇ ਘਰ ਡਿਨਰ ਤੇ ਆਏ। ਅਸੀਂ ਆਪਣੀ ਬੇਟੀ ਲੀਜ਼ਾ ਨੂੰ ਰੂਮ ਵਿੱਚ ਹੀ ਬੰਦ ਰੱਖਦੇ ਸੀ। ਇਹ ਰੂਮ ਡਾਈਨਿੰਗ ਟੇਬਲ ਦੇ ਬਿਲਕੁਲ ਨਜ਼ਦੀਕ ਹੀ ਸੀ। ਜਦੋਂ ਅਸੀਂ ਖਾਣਾ ਖਾਣ ਲਈ ਡਾਈਨਿੰਗ ਟੇਬਲ ਤੇ ਬੈਠੇ ਤਾਂ ਖਾਣਾ ਖਾਣ ਤੋਂ ਪਹਿਲਾਂ ਸਰਦਾਰ ਪ੍ਰੀਤਮ ਸਿੰਘ ਜੀ ਨੇ ਹੱਥ ਜੋੜ ਕੇ ਮੂੰਹੋਂ ਕੁਝ ਸ਼ਬਦ ਉਚਾਰੇ। ਸਾਨੂੰ ਲੱਗਾ ਕਿ ਉਹ ਵੀ ਸਾਡੇ ਵਾਂਗ ਗੋਡ ਦੀ ਪ੍ਰੇਅਰ ਕਰ ਰਹੇ ਹਨ। ਉਹਨਾਂ 3 ਵਾਰ ਵਾਹਿਗੁਰੂ 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 ਕਹਿ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਜਿਉਂ ਹੀ ਉਹਨਾਂ ਦੇ ਮੂੰਹੋਂ ਵਾਹਿਗੁਰੂ ਸ਼ਬਦ ਨਿਕਲਿਆ, ਸਾਡੀ ਕੁੜੀ ਕਮਰੇ ਵਿੱਚੋਂ ਹੀ ਚੀਕਾਂ ਮਾਰਨ ਲੱਗੀ। ਸਰਦਾਰ ਪ੍ਰੀਤਮ ਸਿੰਘ ਖਾਣਾ ਸ਼ੁਰੂ ਹੀ ਕਰਨ ਲੱਗੇ ਸੀ ਕਿ ਅਚਾਨਕ ਚੀਕਾਂ ਸੁਣ ਕੇ ਰੁਕ ਗਏ। ਉਹਨਾਂ ਕਿਹਾ ਕਿ ਇਹ ਚੀਕਾਂ ਦੀ ਆਵਾਜ਼ ਕਿੱਥੋਂ ਆ ਰਹੀ ਹੈ ਅਤੇ ਇਹ ਚੀਕਾਂ ਮਾਰਨ ਵਾਲਾ ਕੌਣ ਹੈ। ਤਾਂ ਮੈਂ ਸਾਰੀ ਗੱਲ ਪ੍ਰੀਤਮ ਸਿੰਘ ਜੀ ਨੂੰ ਦੱਸ ਦਿੱਤੀ। ਸਰਦਾਰ ਪ੍ਰੀਤਮ ਸਿੰਘ ਜੀ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ ਕਿ ਆਪਣੀ ਲੜਕੀ ਨੂੰ ਕਮਰੇ ਵਿੱਚੋਂ ਬਾਹਰ ਕੱਢੋ। ਮੈਂ ਸਰਦਾਰ ਜੀ ਨੂੰ ਵਾਰਨ ਕੀਤਾ ਪਰ ਉਹ ਕਾਫੀ ਕੌਨਫੀਡੈਂਟ ਲੱਗ ਰਹੇ ਸੀ। ਉਹਨਾਂ ਕਿਹਾ ਕਿ ਆਪਾਂ ਸਾਰਿਆਂ ਨੇ ਮਿਲ ਕੇ ਇੱਕ ਸ਼ਬਦ ਬੋਲਣਾ ਹੈ ਅਤੇ ਉੱਚੀ ਬੋਲਣਾ ਹੈ। ਉਹ ਸ਼ਬਦ ਸੀ ਵਾਹਿਗੁਰੂ। ਅਸੀਂ ਇਹ ਸ਼ਬਦ ਪਹਿਲੀ ਵਾਰ ਸੁਣਿਆ ਸੀ ਪਰ ਅਸੀਂ ਸਾਰੇ ਪਰਿਵਾਰ ਨੇ ਐਵੇਂ ਹੀ ਕੀਤਾ। ਜਿਵੇਂ ਅਸੀਂ ਵਾਹਿਗੁਰੂ ਕਹਿੰਦੇ ਤਾਂ ਅੰਦਰੋਂ ਕਮਰੇ ਵਿੱਚ ਆਵਾਜ਼ਾਂ ਹੋਰ ਉੱਚੀ ਹੁੰਦੀਆਂ ਗਈਆਂ। ਉਹ ਬਾਰ-ਬਾਰ ਸਟਾਪ ਇਟ ਯਾਨੀ ਕਿ ਬੰਦ ਕਰੋ ਕਹਿ ਰਹੀਆਂ ਸਨ। ਕਰੀਬ 20 ਮਿੰਟ ਬਾਅਦ ਕਮਰੇ ਚੋਂ ਆਵਾਜ਼ ਆਉਣੀ ਬੰਦ ਹੋ ਗਈ। ਅਸੀਂ ਇੱਕਦਮ ਹੈਰਾਨ ਹੋ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਸਾਡੀ ਲੜਕੀ ਬੇਹੋਸ਼ ਹੋ ਗਈ ਸੀ। ਜਦੋਂ ਉਹ ਹੋਸ਼ ਵਿੱਚ ਆਈ ਤਾਂ ਉਸਨੇ ਖਾਣਾ ਮੰਗਿਆ ਜੋ ਉਸਨੇ ਪਿਛਲੇ 7 ਦਿਨ ਤੋਂ ਨਹੀਂ ਸੀ ਖਾਧਾ। ਉਸਨੂੰ ਕੁਝ ਹਲਕਾਪਨ ਵੀ ਮਹਿਸੂਸ ਹੋ ਰਿਹਾ ਸੀ। ਸਰਦਾਰ ਪ੍ਰੀਤਮ ਸਿੰਘ ਨੇ ਸਾਨੂੰ ਹਰ ਰੋਜ਼ ਵਾਹਿਗੁਰੂ ਦਾ ਜਾਪ ਕਰਨ ਦੀ ਸਲਾਹ ਦਿੱਤੀ ਅਤੇ ਇੱਕ ਹੋਰ ਸ਼ਬਦ ਵੀ ਲਿਖ ਕੇ ਦਿੱਤਾ ਜੋ ਇਸ ਤਰ੍ਹਾਂ ਸੀ, ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨਿਰੈ ਸਭਹੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਉਹਨਾਂ ਕਿਹਾ ਕਿ 1 ਮਹੀਨਾ ਇਸ ਸ਼ਬਦ ਦਾ ਜਾਪ ਕਰੋ, ਪਰ ਸਾਨੂੰ ਤਾਂ ਇਹ ਸ਼ਬਦ ਨਾ ਹੀ ਪੜ੍ਹਨਾ ਆਉਂਦਾ ਸੀ ਅਤੇ ਨਾ ਹੀ ਬੋਲਣਾ ਆਉਂਦਾ ਸੀ। ਪਰ ਸਰਦਾਰ ਜੀ ਨੇ ਸਾਨੂੰ ਥੋੜਾ ਜਿਹਾ ਅਭਿਆਸ ਕਰਾਇਆ ਅਤੇ ਬੋਲਣਾ ਸਿਖਾਇਆ। ਉਸ ਤੋਂ ਬਾਅਦ ਉਹ ਚਲੇ ਗਏ। ਅਸੀਂ ਪੂਰਾ 1 ਮਹੀਨਾ ਇਸੇ ਤਰ੍ਹਾਂ ਕੀਤਾ। ਹਫ਼ਤੇ ਬਾਅਦ ਹੀ ਲੀਜ਼ਾ ਨੂੰ ਆਵਾਜ਼ਾਂ ਸੁਣਨੀਆਂ ਬੰਦ ਹੋ ਗਈਆਂ ਸਨ, ਪਰ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ 1 ਮਹੀਨਾ ਲੱਗ ਗਿਆ। ਪਰ ਅਸੀਂ ਜਾਪ ਨਹੀਂ ਛੱਡਿਆ। ਹੁਣ ਤਾਂ ਸਾਡੀ ਬੇਟੀ ਵੀ ਸਾਡੇ ਨਾਲ ਬੈਠ ਕੇ ਜਾਪ ਕਰਦੀ ਹੈ ਅਤੇ ਹੋਰ ਬਾਣੀ ਵੀ ਸਿੱਖ ਰਹੀ ਹੈ। ਮੈਂ ਇਹ ਸਭ ਸੁਣ ਕੇ ਦੰਗ ਰਹਿ ਗਿਆ ਸੀ। ਯਕੀਨ ਦਿਵਾਉਣ ਲਈ ਉਹਨਾਂ ਨੇ ਆਪਣੀ ਬੇਟੀ ਦੀਆਂ ਕੁਝ ਫੋਟੋਆਂ ਅਤੇ ਵੀਡੀਓਜ਼ ਵੀ ਦਿਖਾਈਆਂ ਜੋ ਹੈਰਾਨ ਕਰ ਦੇਣ ਵਾਲੀਆਂ ਸਨ, ਜਿਨ੍ਹਾਂ ਵਿੱਚ ਲੀਜ਼ਾ ਬਿਲਕੁਲ ਪਾਗਲਾਂ ਵਾਂਗ ਲੱਗ ਰਹੀ ਸੀ। ਮਿਸਟਰ ਬਟਲਰ ਨੇ ਦੱਸਿਆ ਕਿ ਪ੍ਰੀਤਮ ਸਿੰਘ ਜੀ ਦੀ ਸਲਾਹ ਤੋਂ ਬਾਅਦ ਹੀ ਉਹ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਆਏ ਸੀ। ਉਹਨਾਂ ਦੀ ਇਸ ਘਟਨਾ ਨੇ ਲੀਜ਼ਾ ਦੇ ਨਾਲ ਮੇਰੀ ਜ਼ਿੰਦਗੀ ਵੀ ਬਦਲ ਕੇ ਰੱਖ ਦਿੱਤੀ, ਕਿਉਂਕਿ ਇੱਕ ਅੱਧੀ ਅਰਦਾਸ ਨਾ ਪੂਰੀ ਹੋਣ ਤੇ ਹੀ ਮੇਰੇ ਵਰਗੇ ਰੱਬ ਨਾਲ ਨਾਰਾਜ਼ ਹੋ ਕੇ ਬੈਠ ਜਾਂਦੇ ਹਨ ਅਤੇ ਗੁਰੂ ਘਰ ਆਉਣਾ ਹੀ ਬੰਦ ਕਰ ਦਿੰਦੇ ਹਨ। ਰੱਬ ਨੇ ਸਾਡੀਆਂ ਹਜ਼ਾਰਾਂ ਹੀ ਲੋੜਾਂ ਪੂਰੀਆਂ ਕੀਤੀਆਂ ਹਨ, ਹਜ਼ਾਰਾਂ ਹੀ ਅਰਦਾਸਾਂ ਪੂਰੀਆਂ ਕੀਤੀਆਂ ਹਨ, ਪਰ ਜੇਕਰ ਇੱਕ ਅਰਦਾਸ ਰੱਬ ਨੇ ਨਹੀਂ ਪੂਰੀ ਕੀਤੀ ਤਾਂ ਅਸੀਂ ਉਸ ਨੂੰ ਬੁਰਾ ਭਲਾ ਬੋਲਣ ਲੱਗ ਜਾਂਦੇ ਹਾਂ। ਪਰ ਸਾਨੂੰ ਅਜਿਹਾ ਕਰਨ ਦੀ ਥਾਂ ਰੱਬ ਦਾ ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਕਈ ਤਾਂ ਮਨਮੁਖ ਭਟਕ ਕੇ ਬਾਬਿਆਂ ਤੰਤਰਕਾਂ ਵਾਲੇ ਪਾਸੇ ਹੋ ਤੁਰਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਜੇਕਰ ਸਿਰਫ ਵਾਹਿਗੁਰੂ ਸ਼ਬਦ ਵਿੱਚ ਹੀ ਇੰਨੀ ਤਾਕਤ ਹੈ ਤਾਂ ਪੂਰੀ ਗੁਰਬਾਣੀ ਵਿੱਚ ਕਿੰਨੀ ਤਾਕਤ ਹੋਵੇਗੀ। ਇੱਕ ਵਾਹਿਗੁਰੂ ਬੋਲਿਆ ਕਿੰਨੇ ਦੁੱਖ ਦਰਦ ਦੂਰ ਹੋ ਜਾਂਦੇ ਹਨ, ਤਾਂ ਪੂਰੀ ਗੁਰਬਾਣੀ ਪੜਨ ਨਾਲ ਤਾਂ ਪੂਰੀ ਜ਼ਿੰਦਗੀ ਹੀ ਖੂਬਸੂਰਤ ਬਣ ਜਾਏਗੀ। ਸਭ ਦੁੱਖ ਦਰਦ ਦੂਰ ਹੋ ਜਾਣਗੇ ਅਤੇ ਜ਼ਿੰਦਗੀ ਦੀ ਹਰ ਖੁਸ਼ੀ ਮਿਲੇਗੀ। ਅਤੇ ਜ਼ਿੰਦਗੀ 'ਚ ਕਿੰਨੀਆਂ ਖੁਸ਼ੀਆਂ ਮਿਲਣਗੀਆਂ ਇਹ ਕੋਈ ਸੋਚ ਵੀ ਨਹੀਂ ਸਕਦਾ। ਬਸ ਲੋੜ ਹੁੰਦੀ ਹੈ ਸਬਰ ਰੱਖਣ ਦੀ, ਵਿਸ਼ਵਾਸ ਰੱਖਣ ਦੀ। ਹਰ ਅਰਦਾਸ ਬੇਨਤੀ ਸਹੀ ਸਮੇਂ ਤੇ ਆ ਕੇ ਹੀ ਪੂਰੀ ਹੁੰਦੀ ਹੈ। ਗੁਰੂ ਸਾਹਿਬਾਨ, ਗੁਰੂ ਘਰ ਨਾਲ ਸੰਬੰਧਿਤ ਹੋਰ ਕਥਾ ਕਹਾਣੀਆਂ, ਸਾਖੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।